फोर्थ क्वेश्चन है जी 3/10 ਅਤੇ 9/10 ਦੇ ਵਿਚਕਾਰ ਦੋ ਪਰਿਮੇय ਸੰਖਿਆਵਾਂ ਪਤਾ ਕਰੋ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਜੋ ਪਰਿਮੇय ਸੰਖਿਆ ਸਾਨੂੰ ਇੱਥੇ ਪਤਾ ਕਰਨ ਵਾਸਤੇ ਕਿਹਾ ਗਿਆ ਹੈ, ਇਸ ਤੋਂ ਭਾਵ ਹੈ ਕਿ ਅਸੀਂ ਰੈਸ਼ਨਲ ਨੰਬਰਸ ਦੱਸਣੇ ਨੇ 3/10 ਅਤੇ ਮਤਲਬ 3/10 ਐਂਡ 9/10 ਦੇ ਵਿਚਕਾਰ ਇਨ ਬਿਟਵੀਨ। ਇਹ ਸੌਖਾ ਜਿਹਾ ਹੀ ਹੈ। ਹਾਂਜੀ, ਜਿਵੇਂ ਸਾਨੂੰ 3/10 ਦੇ ਰੱਖਿਆ ਹੈ, ਇਸ ਤੋਂ ਅੱਗੇ ਕੀ ਹੋਊਗਾ 4/10, ਇਸ ਤੋਂ ਬਾਅਦ 5/10, ਫਿਰ 6/10। ਸਾਨੂੰ ਸਿਰਫ ਦੋ ਹੀ ਦੱਸਣੀਆਂ ਸੀ, ਮੈਂ ਤੁਹਾਨੂੰ ਜੋ ਹੈ ਸਾਰੀਆਂ ਲਿਖ ਕੇ ਦਿਖਾ ਦਿੰਦਾ ਹਾਂ, 7/10 ਤੇ 8/10। ਇਸ ਤੋਂ ਅੱਗੇ ਨਹੀਂ ਅਸੀਂ ਜਾ ਸਕਦੇ ਕਿਉਂਕਿ ਉਹਨਾਂ ਨੇ ਸਾਨੂੰ 3/10 ਤੇ 9/10 ਦੇ ਵਿਚਕਾਰ ਜੋ ਹੈ ਉਹਨਾਂ ਨੇ ਸਾਨੂੰ ਕਿਹਾ ਹੈ। ਹਾਂਜੀ, ਇਹ 4/10, 5/10, 6/10, 7/10, 8/10 ਇਹ ਸਾਰੀਆਂ ਹੀ ਜੋ ਹੈ ਪਰਿਮੇय ਸੰਖਿਆਵਾਂ ਨੇ 3/10 ਤੇ 9/10 ਦੇ ਵਿਚਕਾਰ। 3/10 ਤੇ 9/10 ਦੇ ਵਿਚਕਾਰ ਇਹ ਸਾਰੇ ਹੀ ਜੋ ਹੈ ਮਤਲਬ ਜਿੰਨੇ ਵੀ ਇਹ ਹੈਗੇ 1 2 3 4 5 ਇਹ ਸਾਰੇ ਹੀ ਪਰਿਮੇय ਸੰਖਿਆਵਾਂ ਜਾਂ ਰੈਸ਼ਨਲ ਨੰਬਰਸ ਹੈ। ਅਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਦੋ ਲਿਖ ਸਕਦੇ ਹਾਂ। ਨੈਕਸਟ ਹੈ ਜੀ ਦਿੱਤੇ ਸਮਾਂਤਰ ਚਤੁਰਭੁਜ ਵਿੱਚ y ਦਾ ਮੁੱਲ ਪਤਾ ਕਰੋ। ਸਿੰਪਲ ਜਿਹਾ ਹੈ, ਜਿਵੇਂ ਕਿ ਸਾਨੂੰ ਫਿਗਰ ਦੇ ਵਿੱਚ ਦਿਖਾਇਆ ਗਿਆ ਹੈ। ਇਹ ਸਮਾਂਤਰ ਚਤੁਰਭੁਜ ਨੂੰ ਅਸੀਂ ਪੈਰਲੈਲੋਗ੍ਰਾਮ ਜੋ ਹੈ ਕਹਿੰਦੇ ਹਾਂ, ਤੇ ਇਹਦੀ ਜੋ ਹੈ ਇੱਕ ਪ੍ਰੋਪਰਟੀ ਹੁੰਦੀ ਹੈ, ਉਸ ਦਾ ਮਤਲਬ ਪ੍ਰੋਪਰਟੀ ਦੇ ਵਿੱਚ ਜੋ ਹੈ ਅਸੀਂ ਮਤਲਬ ਕਿਹਦਾ ਯੂਜ਼ ਕਰਨਾ ਹੈ। ਦੇਖੋ ਵੀ ਜਿਹੜੇ ਆਮਨੇ ਸਾਹਮਣੇ ਵਾਲੇ ਜੋ ਕੋਣ ਹੁੰਦੇ ਹੈ ਉਹ ਜੋ ਹੈ ਇਕੁਅਲ ਹੁੰਦੇ ਹੈ, ਬਰਾਬਰ ਹੁੰਦੇ ਹੈ। ਠੀਕ ਹੈ, ਤਾਂ ਜੋ ਪੈਰਲੈਲੋਗ੍ਰਾਮ ਹੁੰਦਾ ਹੈ ਸਮਾਂਤਰ ਚਤੁਰਭੁਜ, ਉਸ ਦੇ ਵਿੱਚ ਜੋ ਓਪੋਜ਼ਿਟ ਐਂਗਲਸ ਹੈ ਉਹ ਜੋ ਹੈ ਇਕੁਅਲ ਹੁੰਦੇ ਹੈ। ਇੱਥੇ ਅਸੀਂ ਦੇਖ ਸਕਦੇ ਹਾਂ ਜੋ y ਹੈ ਉਸ ਦੇ ਬਿਲਕੁਲ ਇੱਕ ਮਿੰਟ ਜ਼ਰਾ। ਹਾਂਜੀ, ਇਸ y ਦੇ ਬਿਲਕੁਲ ਓਪੋਜ਼ਿਟ ਦੇ ਵਿੱਚ ਜੋ ਹੈ ਸਾਨੂੰ 80 ਡਿਗਰੀ ਜੋ ਹੈ 80 ਡਿਗਰੀ ਜੋ ਹੈ ਲਿਖ ਕੇ ਦਿੱਤਾ ਹੋਇਆ ਹੈ। ਇਟ ਮੀਨਸ ਕਿ ਅਗਰ ਸਮਾਂਤਰ ਚਤੁਰਭੁਜ ਦੇ ਆਮਨੇ ਸਾਹਮਣੇ ਵਾਲੇ ਕੋਣ ਬਰਾਬਰ ਹੁੰਦੇ ਨੇ, ਮੀਨਸ ਕਿ ਜੋ ਓਪੋਜ਼ਿਟ ਐਂਗਲਸ ਨੇ ਉਹ ਇਕੁਅਲ ਹੁੰਦੇ ਨੇ, ਤਾਂ ਫਿਰ ਉਸ ਪ੍ਰੋਪਰਟੀ ਦਾ ਯੂਜ਼ ਕਰਕੇ ਅਸੀਂ ਲਿਖ ਸਕਦੇ ਹਾਂ ਕਿ y = 80 ਡਿਗਰੀ, ਵੀ ਜੋ y ਹੈ ਉਸ ਦੀ ਵੈਲਿਊ ਹੈ 80 ਡਿਗਰੀ ਦੇ ਬਰਾਬਰ। ਰੀਜ਼ਨ ਤੁਸੀਂ ਨਾਲ ਜ਼ਰੂਰ ਲਿਖਣਾ ਹੈ ਵੀ ਜੋ ਓਪੋਜ਼ਿਟ ਐਂਗਲਸ ਹੈ ਪੈਰਲੈਲੋਗ੍ਰਾਮ ਦੇ ਉਹ ਇਕੁਅਲ ਹੁੰਦੇ ਹੈ। ਹਾਂਜੀ, ਨੈਕਸਟ ਹੈ ਜੀ ਸੰਖਿਆ 4096 ਦਾ ਵਰਗਮੂਲ ਪਤਾ ਕਰੋ। ਵਰਗਮੂਲ ਤੋਂ ਭਾਵ ਕੀ ਹੈ, ਅਸੀਂ ਸਕੁਅਰ ਰੂਟ ਜੋ ਹੈ ਪਤਾ ਕਰਨਾ ਹੈ। ਆਓ ਇਸ ਨੂੰ ਹੁਣ ਸੋਲਵ ਕਰਦੇ ਹਾਂ। ਉਹਨਾਂ ਨੇ ਸਾਨੂੰ ਮੈਥਡ ਬਾਰੇ ਦੱਸਿਆ ਨਹੀਂ ਹੈ ਵੀ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਵਾਲਾ ਮੈਥਡ ਯੂਜ਼ ਕਰਨਾ ਹੈ ਜਾਂ ਜੋ ਡਿਵੀਜ਼ਨ ਮੈਥਡ ਹੁੰਦਾ ਹੈ ਜੋ ਕਿ ਮੈਂ ਯੂਜ਼ ਕਰ ਰਿਹਾ ਹਾਂ। ਤਾਂ ਤੁਸੀਂ ਜੋ ਹੈ ਦੋਵੇਂ ਮੈਥਡਸ ਦੇ ਨਾਲ ਕਰ ਸਕਦੇ ਹੋ ਜੋ ਤੁਹਾਨੂੰ ਈਜ਼ੀ ਲੱਗੇ। ਮੈਂ ਤੁਹਾਨੂੰ ਇੱਥੇ ਦੋਵੇਂ ਹੀ ਮੈਥਡਸ ਸਿਖਾਵਾਂਗਾ। ਪਹਿਲਾਂ ਅਸੀਂ ਭਾਗ ਵਿਧੀ ਜਾਂ ਫਿਰ ਜੋ ਡਿਵੀਜ਼ਨ ਮੈਥਡ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਨਾਲ ਸਿੱਖ ਲੈਂਦੇ ਹਾਂ। ਇਸ ਦੇ ਵਿੱਚ ਕੀ ਹੁੰਦਾ ਹੈ, ਸਕੁਅਰ ਰੂਟ ਦੇ ਵਿੱਚ ਕੀ ਹੈ ਕਿ ਦੇਖੋ ਇੱਕ ਤਾਂ ਸਿੰਪਲ ਡਿਵੀਜ਼ਨ ਹੁੰਦੀ ਹੈ ਜੋ ਕਿ ਅਸੀਂ ਲੋਅਰ ਕਲਾਸਿਸ ਦੇ ਵਿੱਚ ਪੜ੍ਹੀ ਹੋਈ ਹੈ, ਇੱਕ ਹੁੰਦਾ ਸਕੁਅਰ ਰੂਟ ਬਾਈ ਡਿਵੀਜ਼ਨ ਮੈਥਡ। ਇਸ ਦਾ ਸਭ ਤੋਂ ਪਹਿਲਾ ਰੂਲ ਇਹ ਹੈ ਕਿ ਅਸੀਂ ਜੋ ਹੈ ਪਿੱਛੇ ਤੋਂ ਜੋ ਹੈ ਡਿਜਿਟਸ ਦੀ ਪੇਅਰਿੰਗ ਕਰਨੀ ਹੁੰਦੀ ਹੈ। ਜਿਵੇਂ ਇੱਥੇ 4096 ਦੇ ਰੱਖਿਆ ਹੈ ਨਾ, ਤਾਂ ਜੋ ਪੇਅਰ ਹੈ 9 ਔਰ 6 ਦਾ, ਠੀਕ ਹੈ, ਅਸੀਂ ਪਿਛਲੇ ਪਾਸੇ ਤੋਂ ਜੋ ਹੈ ਮਤਲਬ ਪੇਅਰਿੰਗ ਕਰਨੀ ਹੁੰਦੀ ਹੈ। ਵੀ ਅਸੀਂ ਸਟਾਰਟਿੰਗ ਤੋਂ ਨਹੀਂ ਕਰ ਸਕਦੇ, 4 ਔਰ 0 ਦੀ ਨਹੀਂ ਕਰਨੀ ਹੈ, ਪਹਿਲਾਂ ਅਸੀਂ ਮਤਲਬ 9 ਔਰ 6 ਦੀ ਪੇਅਰਿੰਗ ਕਰਨੀ ਹੈ, ਜੋੜਾ ਬਣਾਉਣਾ ਹੁੰਦਾ ਹੈ। ਹਾਂਜੀ, ਇਸ ਤੋਂ ਬਾਅਦ ਸਾਡੇ ਕੋਲ ਜੋ ਹੈ 40 ਯਾਨੀ ਕਿ 40 ਬਚਿਆ ਹੈ। ਹੁਣ ਅਸੀਂ ਕੀ ਕਰਨਾ ਹੈ, ਦੇਖੋ ਜਿਵੇਂ 5 5 ਦਾ ਹੁੰਦਾ ਹੈ 25 ਤੇ 6 6 ਦਾ ਹੁੰਦਾ ਹੈ 36 ਤੇ 7 7 ਦਾ ਹੁੰਦਾ ਹੈ 49 49 ਤਾਂ 40 ਤੋਂ ਲਾਰਜ ਹੋ ਗਿਆ, ਤਾਂ ਅਸੀਂ ਯੂਜ਼ ਕਰਾਂਗੇ 6 6 ਦਾ। ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ, ਜੋ ਵੀ ਨੰਬਰ ਤੁਸੀਂ ਇੱਥੇ ਲਿਖੋਗੇ ਸੇਮ ਨੰਬਰ ਜੋ ਹੈ ਇੱਥੇ ਕੁਐਸਚਨ ਦੇ ਵਿੱਚ ਆਉਣਾ ਚਾਹੀਦਾ ਹੈ। ਜਿਵੇਂ ਮੈਂ ਜੋ ਹੈ 6 ਲੈ ਰਿਹਾ ਹਾਂ
ਤਾਂ ਇੱਥੇ ਵੀ ਜੋ ਹੈ ਕੁਐਸਚਨ ਦੇ ਵਿੱਚ 6 ਹੀ ਆਊਗਾ। 6 6 36। ਹਾਂਜੀ, ਮਾਈਨਸ करके सबट्रैक्शन करके ਇਹ ਜੋ ਹੈ 10 मतलब 1 ਜੋ ਹੈ ਕੈਰੀ ਹੋ ਜਾਏਗਾ 4 ਚੋਂ, ਤੇ 10 ਦੇ ਵਿੱਚੋਂ 6 ਗਏ ਤਾਂ 4। ਹਾਂਜੀ, ਇਸ ਤੋਂ ਬਾਅਦ ਕੀ ਹੈ, ਜ਼ਰਾ ਜੋ ਮੈਂ ਐਕਸਟਰਾ ਮਾਰਕਿੰਗ ਕੀਤੀ ਹੈ ਉਸ ਨੂੰ ਇਰੇਜ਼ ਕਰਦਾ ਤਾਂ ਕਿ ਤੁਸੀਂ ਕੋਈ ਕਨਫਿਊਜ਼ਨ ਜੋ ਹੈ ਤੁਹਾਨੂੰ ਨਾ ਹੋਏ। ਹਾਂਜੀ, ਜਿਹੜਾ ਵੀ ਡਿਜਿਟ ਅਸੀਂ ਇੱਥੇ ਰੱਖਣਾ ਹੈ, ਮਤਲਬ ਡਿਵਾਈਜ਼ਰ ਦੇ ਵਿੱਚ ਰੱਖਣਾ ਹੈ, ਉਹੀ ਡਿਜਿਟ ਅਸੀਂ ਸੇਮ ਕੋਸ਼ੈਂਟ ਦੇ ਵਿੱਚ ਰੱਖਣਾ ਹੈ। 6 6 ਹੋ ਗਿਆ 36, ਮਾਈਨਸ ਕਰਕੇ 10 ਚੋਂ 6 ਗਏ 4, ਤੇ ਜਿਵੇਂ ਨੋਰਮਲ ਡਿਵੀਜ਼ਨ ਹੁੰਦੀ ਹੈ ਉਸ 'ਚ ਅਸੀਂ ਇੱਕ ਡਿਜਿਟ ਥੱਲੇ ਲੈ ਕੇ ਆਉਂਦੇ ਹਾਂ। ਇਸ ਦੇ ਵਿੱਚ ਕੀ ਹੈ ਕਿ ਇਸ ਦੇ ਵਿੱਚ ਜੋ ਪੇਅਰਸ ਅਸੀਂ ਬਣਾਏ ਹੁੰਦੇ ਹੈ, ਜਿਵੇਂ 96 ਦਾ ਅਸੀਂ ਪੇਅਰ ਬਣਾਇਆ ਸੀ, ਇਹ ਪੇਅਰ ਦਾ ਪੇਅਰ ਐਜ਼ ਇਟ ਇਜ਼ ਥੱਲੇ ਆਉਂਦਾ ਹੈ। ਤੇ ਇਸ ਤੋਂ ਬਾਅਦ ਅੱਗੇ ਕੀ ਹੈ ਵੀ ਅਸੀਂ 6 ਦੇ ਨਾਲ ਡਿਵਾਈਡ ਨਹੀਂ ਕਰਨਾ ਹੈ। ਇਹ ਵਾਲਾ 6 ਤੇ ਜੋ ਕੋਸ਼ੈਂਟ ਵਾਲਾ 6 ਹੈ, ਠੀਕ ਹੈ, ਇਹ ਵਾਲਾ ਕੋਸ਼ੈਂਟ ਵਾਲਾ 6, ਇਹਨਾਂ ਦੋਵਾਂ ਨੂੰ ਅਸੀਂ ਐਡ ਕਰਾਂਗੇ। 6 + 6 ਇਹ ਹੋ ਜਾਊਗਾ 12। ਹਾਂਜੀ, ਇਰੇਜ਼ ਕਰਦਾ ਜੋ ਐਕਸਟਰਾ ਮੈਂ ਮਾਰਕਿੰਗ ਕੀਤੀ ਹੈ। ਹਾਂਜੀ, ਇਹ ਜਿਹੜਾ 12 ਆਇਆ ਹੈ, ਇਹ ਜਿਹੜਾ 12 ਆਇਆ ਹੈ, ਅਸੀਂ ਜੋ ਹੈ ਕੀ ਕਰਨਾ ਹੈ, ਦੇਖੋ 3 3 9 ਹੋ ਗਿਆ, 4 4 ਹਾਂਜੀ, ਜਿਵੇਂ ਇਹ 12 ਹੈ ਤੇ ਅਗਰ ਅਸੀਂ ਇਹਦੇ ਅੱਗੇ 4 ਲਗਾਉਂਦੇ ਹਾਂ, ਠੀਕ ਹੈ, 124 ਕਿਉਂਕਿ ਸਾਨੂੰ ਇਹ ਵਾਲਾ ਡਿਜਿਟ ਤੇ ਇਹ ਵਾਲਾ ਡਿਜਿਟ ਸੇਮ ਲੈਣਾ ਹੁੰਦਾ ਹੈ। ਵੀ ਅਗਰ ਅਸੀਂ ਇੱਥੇ 123 ਲੈਂਦੇ, ਮਤਲਬ 4 ਦੀ ਥਾਂ ਤੇ ਅਗਰ ਅਸੀਂ 3 ਲਿਖਦੇ ਤਾਂ ਫਿਰ ਅਸੀਂ 3 ਦੇ ਨਾਲ ਹੀ ਮਲਟੀਪਲਾਈ ਕਰਨਾ ਸੀ। ਹੁਣ 4 ਲਿਖਿਆ ਹੈ 12 ਦੇ ਨਾਲ, ਤਾਂ ਅਸੀਂ 4 ਦੇ ਨਾਲ ਹੀ ਮਲਟੀਪਲਾਈ ਕਰਾਂਗੇ। 4 4 ਹੋ ਗਿਆ 16, ਤੇ 4 2 8, 8 + 1 9, ਤੇ 4 1 4। ਹਾਂਜੀ, 124 4 496, ਮਾਈਨਸ ਕਰਕੇ 0, ਰਿਮਾਈਂਡਰ ਜੋ ਹੈ 0। ਹੁਣ ਜਿਹੜਾ ਇਹ ਕੁਐਸਚੈਂਟ ਆਇਆ ਹੈ 64, ਇਹ ਤੁਸੀਂ ਦੇਖ ਸਕਦੇ ਹੋ, ਉੱਪਰ ਮੈਂ ਲਿਖਿਆ ਹੈ ਜੋ ਕਿ 6 6 36 ਕਰਕੇ ਤੇ 124 4 ਕਰਕੇ ਆਇਆ ਸੀ 64। ਉਹ ਜੋ ਹੈ 4096 ਦਾ ਜੋ ਹੈ ਵਰਗਮੂਲ ਹੈ 64, ਠੀਕ ਹੈ, ਯਾਨੀ ਕਿ 4096 ਦਾ ਸਕੁਅਰ ਰੂਟ ਹੈ 64। ਇਹ ਤਾਂ ਸੀ ਡਿਵੀਜ਼ਨ ਮੈਥਡ। ਦੂਜਾ ਜੋ ਹੈ ਉਹ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਹੁੰਦਾ ਹੈ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਹਾਂ, ਜੋ ਕਿ ਸਿੰਪਲ LCM ਵਰਗਾ ਹੁੰਦਾ ਹੈ। ਹਾਂਜੀ, ਹੁਣ ਇਸੀ ਦਾ ਅਸੀਂ ਜੋ ਹੈ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ ਸੋਲੂਸ਼ਨ ਕਰਦੇ ਹਾਂ। ਦੇਖੋ 4096, ਹਾਂਜੀ, 4096 ਦਾ ਜੋ ਵਨਸ ਡਿਜਿਟ ਹੈ ਉਹ ਹੈ 6, ਠੀਕ ਹੈ। 4096 ਦਾ ਜੋ ਵਨਸ ਡਿਜਿਟ ਹੈ ਉਹ ਹੈ 6। 6 ਜੋ ਹੈ ਉਹ ਈਵਨ ਡਿਜਿਟ ਹੁੰਦਾ ਹੈ, ਇਟ ਮੀਨਸ ਕਿ ਇਹ 2 ਦੇ ਨਾਲ ਡਿਵਾਈਡ ਹੋ ਸਕਦਾ ਹੈ। ਹਾਂਜੀ, 2 2 4 ਹੋ ਗਿਆ, 0 ਐਜ਼ ਇਟ ਇਜ਼, 2 4 8, ਤੇ 2 8 16। ਹੁਣ ਵੀ ਵਨਸ ਡਿਜਿਟ ਜੋ ਹੈ ਉਹ 8 ਆਇਆ ਹੈ, ਤਾਂ ਇਟ ਮੀਨਸ ਕਿ ਇਹ ਜੋ ਹੈ ਈਵਨ ਨੰਬਰ ਹੈ ਤੇ 2 ਨਾਲ ਡਿਵਾਈਡ ਹੋ ਸਕਦਾ ਹੈ। 2 1 2, 2 0 0, 2 2 4, ਤੇ 2 4 8। ਫਿਰ ਤੋਂ ਇੱਕ ਵਾਰੀ 2 ਨਾਲ ਡਿਵਾਈਡ ਕਰਾਂਗੇ। 2 5 10 ਹੋ ਗਿਆ, 2 1 2, 2 2 4। ਹਾਂਜੀ, ਫਿਰ ਤੋਂ ਜੋ ਹੈ 2 ਦੇ ਨਾਲ ਡਿਵਾਈਡ ਕਰਾਂਗੇ। 2 2 4, 2 5 10, ਤੇ 2 6 12। ਹਾਂਜੀ, ਫਿਰ ਤੋਂ ਜੋ ਹੈ 2 ਨਾਲ ਡਿਵਾਈਡ ਕਰਾਂਗੇ। 2 1 2, 2 2 4, 2 1 2, 2 2 4, ਤੇ 2 8 16।
ਫਿਰ ਤੋਂ 2 ਦੇ ਨਾਲ ਹੀ ਡਿਵਾਈਡ ਹੋਊਗਾ। 2 6 ਦਾ 12, 2 4 ਦਾ 8। ਹਾਂਜੀ 32 ਤੇ 2 16 ਤੇ 2 8 ਦਾ 16, 2 4 ਦਾ 8। ਹਾਂਜੀ 2 2 ਦਾ 4 ਤੇ ਇੱਕ ਜੋ ਹੈ ਹਾਂਜੀ 2 1 ਦਾ 2। ਹੁਣ ਅਸੀਂ ਕਰਨਾ ਕੀ ਹੈ, ਦੇਖੋ ਇਸ ਨੂੰ ਅਸੀਂ ਕਹਿੰਦੇ ਹਾਂ ਵੀ ਵਰਗਮੂਲ ਜਾਂ ਸਕੁਅਰ ਰੂਟ ਫਾਈਂਡ ਆਊਟ ਕਰਨਾ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ। ਇਹ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਨਾਮ ਕਿਉਂ ਹੈ ਇਸ ਦਾ? ਇਹਦਾ ਕਾਰਨ ਇਹ ਹੈ ਵੀ ਜਿਹੜਾ ਅਸੀਂ ਡਿਵਾਈਡ ਕਰ ਰਹੇ ਹਾਂ ਜਾਂ ਫਿਰ ਇਸ ਨੂੰ ਬ੍ਰੇਕ ਕਰ ਰਹੇ ਹਾਂ, ਤੋੜ ਰਹੇ ਹਾਂ 4096 ਨੂੰ, ਉਹ ਅਸੀਂ ਪ੍ਰਾਈਮ ਨੰਬਰਸ ਦੇ ਵਿੱਚ ਤੋੜਦੇ ਹਾਂ, ਬ੍ਰੇਕ ਕਰਦੇ ਹਾਂ। ਦੇਖੋ ਜੋ ਇਹ 4096 ਹੈ, ਅਸੀਂ ਇਸ ਨੂੰ 2 ਦੇ ਨਾਲ ਯਾਨੀ ਕਿ 2 ਦੇ ਨਾਲ ਭਾਗ ਦਿੱਤਾ ਹੈ, ਡਿਵਾਈਡ ਕੀਤਾ ਹੈ। ਤੇ ਇਹ ਜੋ 2 ਹੈ ਨਾ, ਉਹ ਈਵਨ ਪ੍ਰਾਈਮ ਨੰਬਰ ਹੁੰਦਾ ਹੈ। ਪ੍ਰਾਈਮ ਨੰਬਰ ਕਿਹੜੇ ਹੁੰਦੇ ਹੈ? ਜੋ ਜਾਂ ਤਾਂ 1 ਦੇ ਟੇਬਲ ਤੇ ਆਉਂਦੇ ਹੈ ਜਾਂ ਆਪਣੇ ਹੀ ਟੇਬਲ ਤੇ ਆਉਂਦੇ ਹੈ। ਕਿਸੇ ਨੰਬਰ ਨੂੰ ਅਗਰ ਅਸੀਂ ਪ੍ਰਾਈਮ ਨੰਬਰ ਦੇ ਨਾਲ ਡਿਵਾਈਡ ਕਰਦੇ ਕਰਦੇ ਉਸਨੂੰ ਬ੍ਰੇਕ ਕਰਦੇ ਹਾਂ ਤਾਂ ਉਸਨੂੰ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਕਿਹਾ ਜਾਂਦਾ ਹੈ। ਹੁਣ ਅਸੀਂ ਸਕੁਅਰ ਰੂਟ ਫਾਈਂਡ ਆਊਟ ਕਰ ਰਹੇ ਹਾਂ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ। ਹੁਣ ਕਰਨਾ ਕੀ ਹੈ, ਅਸੀਂ ਸਾਰੇ ਦੇ ਸਾਰੇ ਜੋ ਇਹ 2 ਆਏ ਹੈ ਇਹਨਾਂ ਦਾ ਨੰਬਰ ਕਾਊਂਟ ਕਰਨਾ ਹੈ। ਦੇਖੋ ਕਾਊਂਟ ਕਰਦੇ ਹਾਂ, 1 2 3 4 5 6 7 8 9 10 11 ਤੇ 12। 4096 ਨੂੰ ਅਸੀਂ 2 ਦੇ ਨਾਲ ਯਾਨੀ ਕਿ 2 ਦੇ ਨਾਲ 12 ਟਾਈਮਸ ਯਾਨੀ ਕਿ 12 ਵਾਰੀ ਜੋ ਹੈ ਡਿਵਾਈਡ ਕੀਤਾ ਹੈ। ਤੁਸੀਂ ਵੀ ਜੋ ਹੈ ਇਸ ਨੂੰ ਨੋਟ ਡਾਊਨ ਕਰ ਸਕਦੇ ਹੋ ਵੀ ਅਸੀਂ ਕਿੰਨੀ ਵਾਰ ਜੋ ਹੈ 4096 ਨੂੰ 2 ਦੇ ਨਾਲ ਜੋ ਹੈ ਡਿਵਾਈਡ ਯਾਨੀ ਕਿ ਭਾਗ ਕੀਤਾ ਹੈ। ਠੀਕ ਹੈ, ਜਿੰਨੀ ਵਾਰ ਵੀ ਕੀਤਾ ਹੈ ਨਾ 2 ਦੇ ਨਾਲ, ਉਹ ਸਾਰੇ ਦੇ ਸਾਰੇ 2 ਜੋ ਹੈ ਅਸੀਂ ਕਾਊਂਟ ਕਰਨੇ ਹੈ। ਹੁਣ ਮੈਂ ਇਸ ਨੂੰ ਇਰੇਜ਼ ਕਰ ਰਿਹਾ ਹਾਂ। ਹਾਂਜੀ ਇਹ ਹੈ 4096 ਤੇ ਇੱਥੇ ਜੋ ਹੈ ਅਸੀਂ ਉਹ ਸਾਰੇ ਦੇ ਸਾਰੇ 2 ਜੋ ਕਿ 12 ਟਾਈਮ ਸੀ ਉਹਨਾਂ ਨੂੰ ਲਿਖ ਲੈਂਦੇ ਹਾਂ। ਹਾਂਜੀ ਸਾਨੂੰ 4096 ਦਾ ਵਰਗਮੂਲ ਜੋ ਹੈ ਸਕੁਅਰ ਰੂਟ ਫਾਈਂਡ ਆਊਟ ਕਰਨਾ ਸੀ। ਦੇਖੋ ਸਕੁਅਰ ਰੂਟ ਦਾ ਸਾਈਨ ਕੀ ਹੁੰਦਾ ਹੈ? ਇਹ ਇਦਾਂ ਦਾ ਜੋ ਹੈ ਸਾਈਨ ਹੁੰਦਾ ਹੈ। ਠੀਕ ਹੈ, ਸਕੁਅਰ ਰੂਟ ਦਾ ਸਾਈਨ। ਤੇ ਅਗਰ ਅਸੀਂ 4096 ਦੇ ਉੱਪਰ ਲਗਾ ਰਹੇ ਹਾਂ ਸਕੁਅਰ ਰੂਟ ਦਾ ਸਾਈਨ, ਤੇ ਫਿਰ ਸਾਨੂੰ ਸਾਰੇ ਦੇ ਸਾਰੇ ਇਹ ਜੋ 2 ਹੈਗੇ ਨੇ ਇਹਨਾਂ ਦੇ ਉੱਪਰ ਵੀ ਜੋ ਹੈ ਇਹ ਸਕੁਅਰ ਰੂਟ ਦਾ ਸਾਈਨ ਲਾਣਾ ਪਏਗਾ। ਇਸ ਤੋਂ ਬਾਅਦ ਕੀ ਹੈ, ਦੇਖੋ ਜਿਵੇਂ ਇਹ ਜੋ ਹੈ ਮਤਲਬ ਜੋ ਪਹਿਲੇ 2 ਹੈ, ਠੀਕ ਹੈ, ਉਹਨਾਂ ਦਾ पहले 2 जो है ना मतलब 2, ठीक है, ਇਸ 'ਚ ਇੱਕ ਤਾਂ 2 ਯੂਜ਼ ਹੋ ਰਿਹਾ ਹੈ ਤੇ ਇੱਕ ਨੰਬਰ ਜੋ ਹੈ ਉਹ ਵੀ 2 ਹੈ, ਤਾਂ ਕਰਕੇ ਥੋੜੀ ਜਿਹੀ ਕਨਫਿਊਜ਼ਨ ਹੋ ਸਕਦੀ ਹੈ। ਜ਼ਰਾ ਧਿਆਨ ਨਾਲ ਸਮਝਣਾ। ਮੈਂ ਇੱਥੇ ਵੈਸੇ ਪੇਅਰਿੰਗ ਕਰਕੇ ਦਿਖਾ ਦਿੱਤੀ ਹੈ ਤੁਹਾਨੂੰ। ਤੁਸੀਂ ਜੋ ਹੈ ਜੋ ਇਹ 2 ਨੰਬਰ ਹੈ, ਠੀਕ ਹੈ, ਇਸ ਦੀ ਜੋੜਿਆਂ ਦੇ ਵਿੱਚ ਯਾਨੀ ਕਿ ਪੇਅਰਸ ਦੇ ਵਿੱਚ ਪੇਅਰਿੰਗ ਕਰਨੀ ਹੈ ਤੇ ਦੇਖਣਾ ਹੈ ਵੀ ਕਿੰਨੇ ਪੇਅਰਸ ਬਣਦੇ ਹੈ। ਇੱਕ ਮੈਂ ਬਣਾ ਦਿੱਤਾ ਹੈ, ਅਗਲਾ ਬਣਾ ਦਿੰਦਾ ਹਾਂ। ਠੀਕ ਹੈ, ਇਹ 2 ਹੋ ਗਏ, ਇਹ ਤੀਸਰਾ ਪੇਅਰ, ਇਹ ਚੌਥਾ ਪੇਅਰ, ਇਹ ਪੰਜਵਾਂ ਪੇਅਰ ਤੇ ਇਹ 6ਵਾਂ ਪੇਅਰ। ਜਦੋਂ ਤੁਸੀਂ ਇਸ ਸਕੁਅਰ ਰੂਟ ਦੇ ਸਾਈਨ ਦੇ ਵਿੱਚੋਂ ਇਸ ਨੂੰ ਬਾਹਰ ਕੱਢੋਗੇ ਤਾਂ ਉਸ ਵਕਤ ਕੀ ਹੋਏਗਾ ਵੀ ਜਿਹੜਾ ਪੇਅਰ ਵਾਲਾ ਇਹ 2 ਹੈ, ਠੀਕ ਹੈ, ਵੀ ਜਿਹੜਾ ਇੱਕ ਜੋੜਾ ਹੈ 2 ਦਾ ਯਾਨੀ ਕਿ 2 ਨੰਬਰ ਦਾ, ਉਹ ਜੋ ਹੈ ਸਕੁਅਰ ਰੂਟ ਦੇ ਸਾਈਨ ਦੇ ਵਿੱਚੋਂ ਸਿੰਗਲ ਹੀ ਬਾਹਰ ਆਊਗਾ। ਠੀਕ ਹੈ, ਅਗਰ ਅਸੀਂ ਸਕੁਅਰ ਰੂਟ ਦਾ ਸਾਈਨ ਹਟਾਵਾਂਗੇ ਨਾ ਤਾਂ ਜੋ ਅਸੀਂ ਇਹ ਜੋੜਾ ਬਣਾਇਆ ਹੈ ਮਤਲਬ 2 ਔਰ 2 ਦਾ, ਠੀਕ ਹੈ, ਵੀ 2 ਵਾਰੀ 2 ਜੋ ਹੈ ਅਸੀਂ ਕਾਊਂਟ ਕੀਤਾ ਹੈ, ਉਸ ਦਾ ਜੋੜਾ ਯਾਨੀ ਕਿ ਪੇਅਰ ਜੋ ਹੈ ਲਿਖਿਆ ਹੈ, ਤਾਂ ਜਦੋਂ ਅਸੀਂ ਸਕੁਅਰ ਰੂਟ ਦਾ ਸਾਈਨ ਹਟਾਵਾਂਗੇ ਤਾਂ ਸਿੰਗਲ 2 ਹੀ ਜੋ ਹੈ ਬਾਹਰ ਆਉਂਦਾ ਹੈ। ਇਸ ਦਾ ਰੀਜ਼ਨ ਕੀ ਹੈ ਉਹ ਮੈਂ ਤੁਹਾਨੂੰ ਕਦੀ ਹੋਰ ਕਿਸੇ ਵੀਡੀਓ 'ਚ ਸਮਝਾਵਾਂਗਾ। ਇਹ ਸਕੁਅਰ ਰੂਟ ਦਾ ਜੋ ਸਾਈਨ ਹੁੰਦਾ ਹੈ ਉਹ 1/2 ਜੋ ਹੈ ਪਾਵਰ ਦੇ ਇਕੁਅਲ ਹੁੰਦਾ ਹੈ। ਤੇ ਜਦੋਂ ਅਸੀਂ ਪੇਅਰ ਬਣਾਉਂਦੇ ਹਾਂ ਨਾ ਤਾਂ ਇਸ ਪੇਅਰ ਨੂੰ ਅਸੀਂ 2 ਦਾ ਸਕੁਅਰ ਵੀ ਲਿਖ ਸਕਦੇ ਹਾਂ, ਯਾਨੀ ਕਿ 2 ਦੀ ਪਾਵਰ 2। ਤੇ ਸਕੁਅਰ ਰੂਟ ਦਾ ਸਾਈਨ ਜੋ ਹੈ ਉਹ 1/2 ਦੇ ਇਕੁਅਲ ਹੁੰਦਾ ਹੈ ਤੇ 2 ਦਾ ਸਕੁਅਰ ਯਾਨੀ ਕਿ 2 ਦੀ ਪਾਵਰ 2 ਤੇ 1/2 ਜੋ ਕਿ ਸਕੁਅਰ ਰੂਟ ਦਾ ਹੈ ਉਹ ਜੋ ਹੈ ਆਪਸ ਦੇ ਵਿੱਚ ਕੈਂਸਲ ਆਊਟ ਹੋ ਜਾਂਦੇ ਹੈ। ਰੀਜ਼ਨ ਇਹ ਹੁੰਦਾ ਹੈ ਵੈਸੇ। ਚਲੋ ਇੰਨਾ ਜ਼ਿਆਦਾ ਤੁਹਾਨੂੰ ਕਨਫਿਊਜ਼ਨ ਮੈਂ ਜੋ ਹੈ ਨਾ ਕ੍ਰੀਏਟ ਕਰਕੇ ਦੇਵਾਂ, ਸਿੰਪਲ ਜਿਹਾ ਬਸ ਇਹ ਸਮਝ ਲਓ ਵੀ ਸਕੁਅਰ ਰੂਟ ਦੇ ਸਾਈਨ ਦੇ ਵਿੱਚੋਂ ਜੋ ਇਹ ਜੋੜੇ ਅਸੀਂ ਬਣਾਏ ਹੈ 2 ਦੇ, ਉਹਨਾਂ ਦੇ ਵਿੱਚੋਂ
ਇੱਕ ਸਿੰਗਲ ਹੀ 2 ਜੋ ਹੈ ਬਾਹਰ ਨਿਕਲੂਗਾ ਅਗਰ ਸਕੁਅਰ ਰੂਟ ਦਾ ਸਾਈਨ ਤੁਸੀਂ ਹਟਾਓਗੇ ਤਾਂ। ਹਾਂਜੀ, ਪਹਿਲੇ ਜੋੜੇ ਦੇ ਵਿੱਚੋਂ ਇੱਕ ਸਿੰਗਲ 2 ਆ ਗਿਆ, ਅਗਲੇ ਜੋੜੇ ਦੇ ਵਿੱਚੋਂ ਕਿੰਨੇ ਹੈ ਇਹ ਜੋੜੇ ਯਾਨੀ ਕਿ ਪੇਅਰਸ 1 2 3 4 5 6 ਯਾਨੀ ਕਿ 2 ਜੋ ਹੈ ਯਾਨੀ ਕਿ 2 ਉਹ 6 ਵਾਰੀ ਜੋ ਹੈ ਉਹ ਬਾਹਰ ਆਊਗਾ। ਹਾਂਜੀ, 2 2 ज़ा 4 हो गया, 4 2 ज़ा 8 हो गया, 8 2 ज़ा 16, 16 2 ज़ा 32, 32 2 ज़ा 64। ਦੇਖੋ ਇਹ ਜੋ ਹੈ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ ਮੈਂ ਤੁਹਾਨੂੰ ਸੋਲਵ ਕਰਕੇ ਦਿਖਾਇਆ ਹੈ। ਜਿਹੜਾ ਇਸ ਤੋਂ ਪਹਿਲੇ ਕੀਤਾ ਸੀ ਉਹ ਸਕੁਅਰ ਰੂਟ ਮੈਥਡ ਜੋ ਹੈ ਉਹ ਸਕੁਅਰ ਰੂਟ ਜੋ ਹੈ ਡਿਵੀਜ਼ਨ ਮੈਥਡ ਦੇ ਨਾਲ ਅਸੀਂ ਫਾਈਂਡ ਆਊਟ ਕੀਤਾ ਸੀ। ਜਿਹੜਾ ਤੁਹਾਨੂੰ ਈਜ਼ੀ ਲੱਗੇ ਤੁਸੀਂ ਕਰ ਸਕਦੇ ਹੋ, ਠੀਕ ਹੈ। ਸਕੁਅਰ ਜੋ ਡਿਵੀਜ਼ਨ ਮੈਥਡ ਹੈ ਉਸ ਦੇ ਵਿੱਚ ਕੁਝ ਰੂਲਸ ਤੁਹਾਨੂੰ ਯਾਦ ਰੱਖਣੇ ਹੁੰਦੇ ਹੈ ਵੀ ਜੋ ਤੁਸੀਂ ਡਿਵਾਈਜ਼ਰ ਲੈ ਰਹੇ ਹੋ ਸੇਮ ਕੋਸ਼ੈਂਟ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਦੋਵੇਂ ਡਿਵਾਈਜ਼ਰਸ ਨੂੰ ਐਡ ਕਰਕੇ ਅਸੀਂ ਜੋ ਹੈ ਸੇਮ ਕੋਸ਼ੈਂਟ ਲੈਣਾ ਹੁੰਦਾ ਹੈ। ਤਾਂ ਬਸ ਵੈਸੇ ਉਹ ਮੈਥਡ ਡਿਵੀਜ਼ਨ ਵਾਲਾ ਜੋ ਹੈ ਈਜ਼ੀ ਹੈ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਆਨਸਰ ਇਸ ਦਾ ਵੀ ਜੋ ਹੈ ਉਹ 64 ਆਇਆ ਹੈ ਤੇ ਪਹਿਲੇ ਵਾਲੇ ਦਾ ਵੀ ਜੋ ਹੈ ਉਹ 64 ਹੀ ਸੀ। ਦੇਖੋ ਜੇ ਕਿਸੇ ਨੂੰ ਇਹ ਵਾਲਾ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਥੋੜਾ ਲੈਂਥੀ ਲੱਗਿਆ ਹੈ ਤੇ ਹੋ ਸਕਦਾ ਹੈ ਜੋ ਮੈਂ ਲਾਸਟ ਦੇ ਵਿੱਚ ਤੁਹਾਨੂੰ ਸਮਝਾਇਆ ਉਹ ਨਾ ਸਮਝ ਆਇਆ ਹੋਏ। ਮੈਂ ਹਲਕਾ ਜਿਹਾ ਇੱਕ ਹਿੰਟ ਦੇ ਦਿੰਦਾ ਵੀ ਮੈਂ ਕੀ ਕਿਹਾ ਸੀ ਤੁਹਾਨੂੰ ਵੀ ਜਿਵੇਂ ਸਕੁਅਰ ਰੂਟ ਦਾ ਸਾਈਨ ਹੁੰਦਾ ਹੈ ਨਾ, ਇਹ ਮੰਨ ਲਓ ਕਿ ਇਸ ਸਕੁਅਰ ਰੂਟ ਦੇ ਸਾਈਨ ਦੇ ਥੱਲੇ ਹੈ 2 ਮਲਟੀਪਲਾਈਡ ਬਾਈ 2, ਠੀਕ ਹੈ। ਇਸ ਤਰ੍ਹਾਂ ਹੈ ਇਹ ਜੋ ਸਕੁਅਰ ਰੂਟ ਦਾ ਸਾਈਨ ਹੈ ਇਹ ਸਾਈਨ ਇਕੁਅਲ ਹੁੰਦਾ ਹੈ ਵੀ ਇਸ ਬ੍ਰੈਕਟ ਦੇ ਵਿੱਚ ਮੰਨ ਲਓ ਕੋਈ ਵੀ ਨੰਬਰ ਹੈ ਤੇ ਬ੍ਰੈਕਟ ਤੋਂ ਬਾਹਰ ਇਹ ਜੋ ਹੈ ਪਾਵਰ ਦੇ ਵਿੱਚ 1/2 ਦੇ ਇਕੁਅਲ ਹੁੰਦਾ ਹੈ। ਇਹ ਸਕੁਅਰ ਰੂਟ ਦੇ ਸਾਈਨ ਦਾ ਮਤਲਬ ਹੁੰਦਾ ਹੈ ਪਾਵਰ ਦੇ ਵਿੱਚ 1/2। ਹੁਣ ਇਸ ਨੂੰ ਦੇਖਣਾ ਜ਼ਰਾ, ਜਿਵੇਂ ਸਾਡੇ ਕੋਲ ਇਹ ਹੈ 2 ਔਰ 2 ਮਲਟੀਪਲਾਈਡ ਬਾਈ 2, ਠੀਕ ਹੈ। ਇਹ ਸਕੁਅਰ ਰੂਟ ਦੇ ਸਾਈਨ ਨੂੰ ਮੈਂ ਇੱਦਾਂ ਹੀ ਲਿਖ ਲੈਣਾ। ਹਾਂਜੀ, ਜਿਵੇਂ ਇਹ ਹੈ ਨਾ 2 ਮਲਟੀਪਲਾਈਡ ਬਾਈ 2 ਤਾਂ ਬੇਸ ਜੋ ਹੈ ਉਹ ਸੇਮ ਹੈ 2 ਔਰ 2 ਤੇ 2 ਦੀ ਪਾਵਰ ਜੋ ਹੈ 1 ਤੇ 2 ਦੀ ਪਾਵਰ 1। ਹੁਣ ਬੇਸ ਸੇਮ ਹੈ ਤੇ ਅਸੀਂ ਪਾਵਰਸ ਨੂੰ ਐਡ ਕਰ ਸਕਦੇ ਹਾਂ। ਇਟ ਮੀਨਸ ਕਿ ਅਸੀਂ ਲਿਖ ਸਕਦੇ ਹਾਂ 2 ਦੀ ਪਾਵਰ 2 ਯਾਨੀ ਕਿ 2 ਦਾ ਸਕੁਅਰ। ਮੈਂ ਤੁਹਾਨੂੰ ਹੁਣੇ ਦੱਸਿਆ ਵੀ ਸਕੁਅਰ ਰੂਟ ਦੇ ਸਾਈਨ ਦਾ ਜੋ ਮੀਨਿੰਗ ਹੈ ਉਹ ਹੁੰਦਾ ਹੈ ਇਕੁਅਲ। ਸਕੁਅਰ ਰੂਟ ਦਾ ਸਾਈਨ ਇਕੁਅਲ ਹੁੰਦਾ ਹੈ ਪਾਵਰ ਦੇ ਵਿੱਚ 1/2 ਦੇ। ਹੁਣ ਇੱਕ ਤਾਂ ਦੇਖੋ ਜ਼ਰਾ 2 ਦਾ ਸਕੁਅਰ ਇਹ ਹੈ, ਠੀਕ ਹੈ। ਇੱਕ ਜਿਹੜਾ ਇਹ ਸਕੁਅਰ ਰੂਟ ਵਾਲਾ ਸਾਈਨ ਹੈ ਇਸ ਨੂੰ ਜਦੋਂ ਅਸੀਂ ਹਟਾਵਾਂਗੇ ਨਾ ਤਾਂ ਸਕੁਅਰ ਰੂਟ ਦਾ ਸਾਈਨ ਜੋ ਹੈ ਉਹ ਪਾਵਰ ਦੇ ਵਿੱਚ 1/2 ਦੇ ਇਕੁਅਲ ਹੁੰਦਾ ਹੈ। ਤਾਂ ਇਹ ਸਕੁਅਰ ਵਾਲਾ 2 ਤੇ ਇਹ ਵਾਲਾ 2 ਜੋ ਹੈ ਉਹ ਕੈਂਸਲ ਆਊਟ ਹੋ ਜਾਂਦੇ ਹੈ। ਸਾਡੇ ਕੋਲ ਜੋ ਹੈ ਸਿੰਗਲ 2 ਬਚੂਗਾ। ਇਟ ਮੀਨਸ ਕਿ ਇਹ ਜੋ ਜੋੜਾ ਸੀ ਨਾ ਮਤਲਬ 2 ਮਲਟੀਪਲਾਈਡ ਬਾਈ 2, ਠੀਕ ਹੈ। ਇਹ ਜੋੜੇ ਦੇ ਵਿੱਚੋਂ ਇੱਕ ਸਿੰਗਲ 2 ਹੀ ਬਾਹਰ ਆਂਦਾ ਹੈ ਅਗਰ ਸਕੁਅਰ ਰੂਟ ਦਾ ਸਾਈਨ ਅਗਰ ਅਸੀਂ ਹਟਾ ਦਿੰਨੇ ਆ ਤਾਂ, ਠੀਕ ਹੈ। ਸਕੁਅਰ ਰੂਟ ਕਰਨ ਤੋਂ ਬਾਅਦ ਸਿੰਗਲ 2 ਹੀ ਜੋ ਹੈ ਉਹ ਬਚਦਾ ਹੈ ਅਗਰ ਅਸੀਂ ਸਕੁਅਰ ਰੂਟ ਦਾ ਸਾਈਨ ਹਟਾ ਦਿੰਦੇ ਹਾਂ ਤਾਂ। ਮਤਲਬ ਹਟਾਉਣ ਤੋਂ ਭਾਵ ਕੀ ਹੈ ਵੀ ਅਗਰ ਅਸੀਂ ਸਕੁਅਰ ਰੂਟ ਦੇ ਸਾਈਨ ਨੂੰ ਐਜ਼ ਅ ਪਾਵਰ 1/2 ਅਗਰ ਅਸੀਂ ਯੂਜ਼ ਕਰ ਲੈਂਦੇ ਹਾਂ ਤਾਂ, ਠੀਕ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹਾਂਜੀ, ਨੈਕਸਟ ਹੈ ਜੀ ਸੰਖਿਆ 15625 ਦਾ ਘਣਮੂਲ ਪਤਾ ਕਰੋ। ਘਣਮੂਲ ਤੋਂ ਭਾਵ ਕੀ ਹੈ, ਅਸੀਂ ਕਿਊਬ ਰੂਟ ਪਤਾ ਕਰਨਾ ਹੈ। ਘਣ ਹੁੰਦਾ ਹੈ ਕਿਊਬ ਤੇ ਮੂਲ ਯਾਨੀ ਕਿ ਰੂਟ। ਹਾਂਜੀ, ਤਾਂ 15625 ਚਲੋ ਇਸ ਨੂੰ ਸੋਲਵ ਕਰਦੇ ਹਾਂ। ਇਹਦੇ ਵਾਸਤੇ ਸਾਨੂੰ ਪ੍ਰਾਈਮ ਫੈਕਟਰਾਈਜੇਸ਼ਨ ਜੋ ਮੈਥਡ ਹੁੰਦਾ ਹੈ ਉਸੇ ਦਾ ਯੂਜ਼ ਕਰਨਾ ਪਊਗਾ, ਜਿਸ ਨੂੰ ਕਿ ਤੁਸੀਂ LCM ਵੀ ਕਹਿੰਦੇ ਹੋ। ਦੇਖੋ ਇਹਦੇ ਵਿੱਚ ਕੀ ਹੈ, ਪਹਿਲਾ ਜੋ ਨੰਬਰ ਸੀ ਉਹ ਸੀ 4096 ਤਾਂ ਉਹਦਾ ਜੋ ਵਨਸ ਡਿਜਿਟ ਸੀ ਉਹ ਸੀ 6। ਇੱਥੇ ਜੋ ਵਨਸ ਡਿਜਿਟ ਹੈ 15625 ਦਾ ਉਹ ਹੈ 5 ਜੋ ਹੈ ਉਹ ਓਡ ਨੰਬਰ ਹੈ। ਤਾਂ ਅਸੀਂ 2 ਦੇ ਨਾਲ ਦਾ ਮਤਲਬ ਜੋ 2 ਹੁੰਦਾ ਹੈ ਉਸ ਦੇ ਨਾਲ ਤਾਂ ਡਿਵਾਈਡ ਕਰ ਨਹੀਂ ਸਕਦੇ, ਭਾਗ ਨਹੀਂ ਦੇ ਸਕਦੇ। ਇਟ ਮੀਨਸ ਕਿ ਕੋਈ ਸਾਨੂੰ ਜੋ ਹੈ ਓਡ ਨੰਬਰ ਤੋਂ ਹੀ ਸਟਾਰਟ ਕਰਨਾ ਪਊਗਾ। 1 ਤੋਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਅਸੀਂ 3 ਤੋਂ ਸਟਾਰਟ ਕਰਦੇ ਹਾਂ ਤਾਂ 3 5 15, 3 2 6, 3 ਤੇ ਡਿਵਾਈਡ ਨਹੀਂ ਹੁੰਦਾ ਹੈ। ਦੇਖੋ 3 5 15 ਹੋ ਗਿਆ, 3 2 6 ਹੋ ਗਿਆ, 3 8 24 ਹੁੰਦਾ ਹੈ ਪਰ ਇੱਥੇ 25 ਹੈ। ਤਾਂ 3 ਨਾਲ ਤਾਂ ਡਿਵਾਈਡ ਨਹੀਂ ਹੋ ਰਿਹਾ ਤਾਂ ਅਸੀਂ 5 ਦੇ ਨਾਲ ਸਟਾਰਟ ਕਰਾਂਗੇ। ਹਾਂਜੀ, 5 3 15 ਹੋ ਗਿਆ ਤੇ 5 1 5 ਤੇ 5 2
10 ਤੇ 5 5 ज़ा 25, ठीक है। हाँ जी, फिर तो ओड नंबर है 5 6 ज़ा 30, 5 2 ज़ा 10 ते 5 5 ज़ा 25, 5 1 ज़ा 5 ते 5 2 ज़ा 10 ते 5 5 ज़ा 25। हाँ जी, 5 2 ज़ा 10 ते 5 5 ज़ा 25, 5 5 ज़ा 25, 5 1 ज़ा 5। हाँ जी, ਹੁਣ ਇਹ ਜੋ 15,625 ਨੂੰ ਜਿੰਨੀ ਵਾਰ ਅਸੀਂ 5 ਦੇ ਨਾਲ ਡਿਵਾਈਡ ਕੀਤਾ ਹੈ ਜ਼ਰਾ ਉਸ ਨੂੰ ਕਾਊਂਟ ਕਰ ਲਓ। 1 2 3 4 5 6 6 ਟਾਈम्स ਜੋ ਹੈ ਇਹ 5 ਜੋ ਹੈ ਆਇਆ ਹੈ ਜਦੋਂ ਅਸੀਂ 15,625 ਯਾਨੀ ਕਿ 15,625 ਨੂੰ ਡਿਵਾਈਡ ਕੀਤਾ ਹੈ। ਇਸ ਨੂੰ ਨੋਟ ਡਾਊਨ ਕਰ ਲੈਣਾ, ਮੈਂ ਇਰੇਜ਼ ਕਰਨਾ ਹੈ। हाँ जी, ਸਾਨੂੰ ਲੈਣਾ ਸੀ 15,625 ਦਾ ਕਿਊਬ ਰੂਟ। ਦੇਖੋ ਕਿਊਬ ਰੂਟ ਦਾ ਜੋ ਸਿੰਬਲ ਹੈ ਉਹ ਜੋ ਹੈ ਪਾਵਰ ਦੇ ਵਿੱਚ ਅਸੀਂ 1/3 ਇੱਦਾਂ ਵੀ ਲਿਖਦੇ ਹੁੰਦੇ ਆ, ਮਤਲਬ ਕਿ 1/3 ਵੀ ਲਿਖਦੇ ਹੁੰਦੇ ਹਾਂ। ਜਾਂ ਫਿਰ ਕਿਊਬ ਰੂਟ ਨੂੰ ਲਿਖਣ ਦਾ ਇੱਕ ਮੈਥਡ ਹੋਰ ਹੈ ਵੀ ਇੱਦਾਂ ਦਾ ਸਕੁਅਰ ਰੂਟ ਦਾ ਸਾਈਨ ਬਣਾ ਕੇ ਤੇ ਇਹ ਇਸ ਤਰ੍ਹਾਂ ਜੋ ਹੈ 3 ਲਿਖ ਦੇਂਗੇ, ਠੀਕ ਹੈ। ਤੇ ਤੁਹਾਡੀ ਮਰਜ਼ੀ ਹੈ, ਤੁਸੀਂ ਜਿਵੇਂ ਵੀ ਲਿਖਣਾ ਚਾਹੋ। ਬਾਕੀ ਮੈਂ ਜੋ ਹੈ ਪਾਵਰ ਦੇ ਵਿੱਚ 1/3 ਜੋ ਹੈ ਯੂਜ਼ ਕਰਾਂਗਾ। ਹਾਂਜੀ, ਹੁਣ 15,625 ਜਦੋਂ ਅਸੀਂ ਮਤਲਬ ਪ੍ਰਾਈਮ ਫੈਕਟਰਾਈਜ਼ ਕੀਤਾ ਸੀ ਕਿੰਨੀ ਵਾਰ 5 ਜੋ ਹੈ ਆਇਆ ਸੀ, 6 ਟਾਈਮ ਆਇਆ ਸੀ। ਤਾਂ ਇੱਥੇ ਅਸੀਂ ਲਿਖ ਦਿੰਦੇ ਹਾਂ ਜੀ 5। ਜਿਵੇਂ ਅਸੀਂ ਇੱਥੇ 1/3 ਲਿਖਿਆ ਹੈ ਨਾ, ਸੇਮ 1/3 ਅਸੀਂ ਇਹਨਾਂ ਸਾਰਿਆਂ ਦੇ ਉੱਪਰ ਵੀ ਲਿਖਣਾ ਹੈ, ਠੀਕ ਹੈ। ਕਿਉਂਕਿ ਇਹ 15,625 ਨੂੰ ਪ੍ਰਾਈਮ ਫੈਕਟਰਾਈਜ਼ ਕਰਕੇ ਹੀ ਅਸੀਂ 6 ਟਾਈम्स ਲਿਖਿਆ ਹੈ 5 ਨੂੰ। 1/3 ਜ਼ਰੂਰ ਲਿਖਣਾ ਹੈ। ਮੇਰੇ ਕੋਲ ਥੋੜਾ ਸਪੇਸ ਦੀ ਕਮੀ ਆ ਰਹੀ ਹੈ। ਦੇਖੋ ਇਹ ਜਿੰਨੇ ਵੀ 5 ਹੈ 6 ਟਾਈम्स ਜੋ ਲਿਖੇ ਹੋਏ ਹੈ ਇਹਨਾਂ ਦੇ ਉੱਪਰ ਬ੍ਰੈਕਟ ਲਗਾ ਕੇ 1/3 ਜ਼ਰੂਰ ਲਿਖਣਾ ਹੈ। ਇੱਥੇ ਸਪੇਸ ਦੀ ਦਿੱਕਤ ਆ ਰਹੀ ਹੈ ਥੋੜੀ ਜੀ। 1 ਲਿਖਿਆ ਗਿਆ ਹੈ, ਜੋ ਅਪੋਨ ਦਾ ਸਾਈਨ ਹੈ ਉਹ ਵੀ ਲਿਖਿਆ ਗਿਆ ਹੈ। 3 ਥੋੜਾ ਜਿਹਾ ਨਜ਼ਰ ਨਹੀਂ ਆ ਰਿਹਾ ਹੈ। ਚਲੋ ਹਾਂਜੀ, ਹੁਣ ਅਸੀਂ ਕਰਨਾ ਕੀ ਹੈ, ਜਿਵੇਂ ਸਕੁਅਰ ਰੂਟ ਦੇ ਵਿੱਚ ਅਸੀਂ ਮਤਲਬ ਕਿ ਨੰਬਰ ਦੇ ਡਿਜਿਟ ਦੇ ਪੇਅਰਸ ਬਣਾਏ ਸੀ, ਇੱਥੇ ਅਸੀਂ ਜੋ ਹੈ ਕਿਊਬਸ ਬਣਾਣੇ ਹੈ। ਦੇਖੋ ਕਿਊਬਸ ਤੋਂ ਭਾਵ ਕੀ ਹੈ ਵੀ ਅਸੀਂ 3 ਟਾਈम्स ਜੋ ਹੈ ਕਾਊਂਟ ਕਰਨਾ ਹੈ। ਜਿਵੇਂ ਇਹ 5 5 5 ਇਹ ਇੱਕ ਜੋ ਹੈ ਕਿਊਬ ਦਾ ਮਤਲਬ ਜੋ ਹੈ ਇੱਕ ਪਹਿਲਾ ਕਿਊਬ ਬਣੇਗਾ, ਠੀਕ ਹੈ। ਇਸ ਤੋਂ ਬਾਅਦ ਅਗਲੇ ਜੋ 5 ਹੈ 3 ਟਾਈम्स ਉਹਨਾਂ ਨੂੰ ਅਸੀਂ ਜੋ ਹੈ ਕਾਊਂਟ ਕਰਨਾ ਹੈ। ਕਿਊਬ ਰੂਟ ਜੋ ਕਿਊਬ ਰੂਟ ਹੁੰਦਾ ਹੈ ਉਸ ਦੇ ਵਿੱਚ ਅਸੀਂ 3 ਟਾਈम्स ਜੋ ਹੈ ਕਾਊਂਟ ਕਰਦੇ ਹਾਂ, ਤੇ ਜੋ ਸਕੁਅਰ ਰੂਟ ਹੁੰਦਾ ਹੈ ਉਸ ਦੇ ਵਿੱਚ ਅਸੀਂ 2 ਟਾਈम्स ਯਾਨੀ ਕਿ ਸਕੁਅਰ ਜੋ ਹੈ ਕਾਊਂਟ ਕਰਦੇ ਹਾਂ। ਹਾਂਜੀ, ਜੋ ਫਸਟ ਜੋ ਕਿਊਬ ਅਸੀਂ ਬਣਾਇਆ ਹੈ 5 5 5 ਦਾ, ਇੱਥੇ ਜੋ ਹੈ 5 ਜੋ ਹੈ ਮਤਲਬ 3 ਟਾਈम्स ਆ ਰਿਹਾ ਹੈ ਤੇ ਬੇਸ ਸੇਮ ਹੈ ਤੇ 5 ਦੀ ਪਾਵਰ 1 5 ਦੀ ਪਾਵਰ 1 5 ਦੀ ਪਾਵਰ 1 ਇਹ ਸਾਨੂੰ ਜੋ ਹੈ 5 ਦੀ ਪਾਵਰ 3 ਜੋ ਹੈ ਸਾਡਾ ਬਣ ਜਾਏਗਾ, ਠੀਕ ਹੈ। ਹਾਂਜੀ, ਨੈਕਸਟ ਜੋ ਹੈਗਾ 5 5 5 ਇੱਦਾਂ ਹੀ ਇਸ ਦੀ ਪਾਵਰ 1 5 ਦੀ ਪਾਵਰ 1 5 ਦੀ ਪਾਵਰ 1 ਬੇਸ ਸੇਮ ਹੈ ਸਾਰਿਆਂ ਦਾ 5 ਹੈ, ਠੀਕ ਹੈ। ਤਾਂ ਇੱਥੇ ਵੀ ਜੋ ਹੈ 5 ਜੋ ਹੈ ਉਹ 3 ਟਾਈम्स ਯਾਨੀ ਕਿ ਬੇਸ ਸੇਮ ਹੋਣ ਕਰਕੇ ਪਾਵਰਸ ਐਡ ਹੋ ਜਾਂਦੀਆਂ ਹੈ। ਤਾਂ 5 ਦੀ ਪਾਵਰ 3 ਤਾਂ 5 ਦੀ ਪਾਵਰ 3 ਇਸ ਤਰ੍ਹਾਂ ਕਰਕੇ ਸਾਡੇ ਕੋਲ ਜੋ ਹੈ 2 ਪੇਅਰਸ ਬਣ ਗਏ ਹੈ। ਹਾਂਜੀ, ਹੁਣ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਹਨਾਂ ਦੋਵਾਂ ਦੇ ਉੱਪਰ ਬਾਹਰ ਇੱਕ ਬ੍ਰੈਕਟ ਹੈ ਤੇ ਉਸ ਬ੍ਰੈਕਟ ਦੇ ਉੱਪਰ ਜੋ ਹੈ 1/3 ਚੱਲ ਰਿਹਾ ਹੈ, ਜਿਸ ਤੋਂ ਭਾਵ ਜੋ ਹੈ ਕਿਊਬ ਰੂਟ ਹੈ ਉਹ, ਠੀਕ ਹੈ। ਹਾਂਜੀ, ਹੁਣ ਕੀ ਹੋਊਗਾ ਵੀ ਜੋ ਇਹ 1/3 ਹੈ ਨਾ, ਜਿਵੇਂ ਇਹ ਪਹਿਲੇ ਵਾਲਾ 5 ਦੀ ਪਾਵਰ 3 ਹੈ, ਠੀਕ ਹੈ। ਇਹ ਵਾਲਾ ਜੋ 1/3 ਹੈ ਇਸ ਨੂੰ ਅਸੀਂ ਲੈ ਕੇ ਆਵਾਂਗੇ ਅੰਦਰ, ਠੀਕ ਹੈ। ਇਹ ਪਹਿਲੇ 5 ਦੇ ਨਾਲ ਹੈ, ਇੱਦਾਂ ਹੀ ਅਸੀਂ ਦੂਸਰੇ ਵਾਲੇ 5 ਦੇ ਨਾਲ ਲੈ ਕੇ ਆਵਾਂਗੇ। ਇੱਕ ਤਾਂ 5 ਦੀ ਪਾਵਰ 3 ਹੈ ਤੇ ਉੱਪਰ ਤੋਂ ਜੋ ਬਾਹਰ ਕਿਊਬ ਰੂਟ ਸੀ 1/3 ਉਹ ਵੀ ਜੋ ਹੈ ਅੰਦਰ ਆ ਜਾਊਗਾ। ਹਾਂਜੀ, 3 ਨਾਲ 3 ਜੋ ਹੈ ਕੈਂਸਲ ਆਊਟ ਹੋ ਗਿਆ, ਇੱਥੇ ਵੀ 3 ਨਾਲ 3 ਜੋ ਹੈ ਕੈਂਸਲ ਆਊਟ ਹੋ ਗਿਆ। ਸਾਡੇ ਕੋਲ 5 ਦੀ ਪਾਵਰ 1 ਮਲਟੀਪਲਾਈਡ ਬਾਈ 5 ਦੀ ਪਾਵਰ 1 ਜੋ ਹੈ ਬਚਿਆ ਹੈ, ਠੀਕ ਹੈ। ਹਾਂਜੀ, 5 5 ਦਾ ਕਿੰਨਾ ਹੁੰਦਾ ਹੈ
5 5 25। इट मीनस कि 15,625 का जो घनमूल है यानी कि क्यूब रूट वो जो है 25 है यानी कि 25 है। 15,625 का जो क्यूब रूट है वो है 25। 15,625 का घनमूल है 25। ठीक है। ਨੈਕਸਟ ਸਿੰਪਲ ਹੈ ਵਿਅੰਜਕ 7x - 42 ਦੇ ਗੁਣਨਖੰਡ ਬਣਾਓ। ਹਾਂਜੀ 7x - 42 ਦੇ ਅਸੀਂ ਜੋ ਹੈ ਗੁਣਨਖੰਡ ਬਣਾਉਣੇ ਹੈ। ਦੇਖੋ ਅਗਰ ਮੈਂ 7 ਕੋਮਨ ਲੈ ਲਵਾਂ ਤੇ ਅੰਦਰ ਬ੍ਰੈਕਟ ਦੇ ਵਿੱਚ 7x ਦੇ ਵਿੱਚੋਂ x ਜੋ ਹੈ ਇੱਥੇ ਬਚਿਆ। ਠੀਕ ਹੈ। ਮਾਈਨਸ ਦਾ ਸਾਈਨ ਐਜ਼ ਇਟ ਇਜ਼। ਚਲੋ ਇਸ ਤੋਂ ਪਹਿਲਾਂ ਨਾ ਤੁਹਾਨੂੰ ਇਹ ਦੱਸਦਾ, 1 ਮਿੰਟ ਜ਼ਰਾ। ਹਾਂਜੀ ਇਹ ਵਾਲਾ 7x ਐਜ਼ ਇਟ ਇਜ਼ ਮਾਈਨਸ ਦੇਖੋ 42 ਨੂੰ ਮੈਂ ਇੱਦਾਂ ਲਿਖ ਸਕਦਾ 7 × 6। ਠੀਕ ਹੈ। ਹੁਣ ਅਸੀਂ 7 ਜੋ ਹੈ ਕੋਮਨ ਲੈ ਸਕਦੇ ਹਾਂ ਇਹਨਾਂ ਦੇ ਵਿੱਚੋਂ। 7x ਦੇ ਵਿੱਚੋਂ 7 ਕੋਮਨ ਆ ਗਿਆ ਤਾਂ x ਬਚਿਆ, ਮਾਈਨਸ ਦਾ ਸਾਈਨ ਐਜ਼ ਇਟ ਇਜ਼, 7 ਬਾਹਰ ਆ ਗਿਆ ਤਾਂ ਪਿੱਛੇ ਬਚਿਆ 6। ਜਿਹੜੇ 7x - 42 ਦੇ ਗੁਣਨਖੰਡ ਨੇ ਉਹ ਹੈਗੇ ਨੇ, ਇੱਕ ਤਾਂ 7 ਹੈ ਤੇ ਇੱਕ x - 6 ਹੈ। ਠੀਕ ਹੈ। ਦੋ ਗੁਣਨਖੰਡ ਨੇ, ਇੱਕ ਤਾਂ 7 ਹੋ ਗਿਆ ਤੇ ਇੱਕ ਜੋ ਹੈ x - 6 ਹੈ। ਠੀਕ ਹੈ। 7 ਜੋ ਹੈ ਪਹਿਲਾ ਗੁਣਨਖੰਡ ਹੈ, x - 6 ਦੂਜਾ ਗੁਣਨਖੰਡ ਹੈ। ਹਾਂਜੀ क्वेश्चन 9 है एक वस्तु का अंकित मूल्य 1200 रुपए है जिसते 12% सेवा कर GST लगता है। वस्तु का वेच मूल्य पता करो। अंकित मूल्य 1200 रुपए है। ठीक है। तो उसके ऊपर 12% सेवा कर GST लगता है। कुछ नहीं करना है, जो अंकित मूल्य है ठीक है यानी कि 1200 रुपए उसके विच असी जो ये टैक्स लग रहा है सेवा कर GST ठीक है 12% उसनों ऐड करके असी जो है वेश मूल्य पता कर लेना है। किमें करना है दसदा हाँ। ये है 1200 रुपये अंकित मूल्य है। ठीक है। तो देखो 1200 के नाल रुपए जो है जरूर लिख लेना क्योंकि वो जरूरी होंदा है। मैं तुहानू सिंपल जो मैथड है बस वो करके दिखा रहा हाँ। बाकी लिखने का तरीका की है भी पहला लिख लेना भी अंकित मूल्य ठीक है जो भी दे रखा है वस्तु ठीक है तो इक्वल टू 1200 रुपये। फिर सेवा कर GST 12% तो इस तो बाद लिख लेना भी वेश मूल्य यानी कि जो असी कढ़ना है ठीक है जो असी मतलब इत्थे फाइंड आउट करना है। हाँ जी तो जो टैक्स है GST है वो 12% है। तो ये जो 12% है ना वो 1200 के उत्ते लगूगा। ठीक है 1200 के उपर 12% तो ये इदा जो है असी लिखांगे। हाँ जी देखो जो अंकित मूल्य है ना उसी के ऊपर GST लगना है तो 1200 का जो 12% है वो असी कढ़ लेने हाँ। 0 नाल 0 कैंसल आउट हो गया तो 12 का ये होंदा है 144 यानी कि 144 रुपये। 1200 + 144 इट मीन्स कि 1344 रुपये जो है उसका वेच मूल्य जो है ये रुद्ध है। ये हो गया 1 मिनट सरा। हाँ जी असी देखो वेश मूल्य जो है फाइंड आउट करना सी तो 1344 रुपये जो है वो वेश मूल्य है। ठीक है 1200 के ऊपर 12% टैक्स असी फाइंड आउट कर लिया है 144 रुपये। तो जो अंकित मूल्य है 1200 रुपये वो 144 रुपये ऐड करके 1344 रुपये जो है वेश मूल्य है। नैक्सट है 14 मीटर उच्चे एक बिजली का खंबे का परछावां 10 मीटर है। समान स्थितियां विच उस रुख की उचाई पता लगाओ जिसका परछावां। अच्छा ठीक है पहला इन्होंने सानू एक तो बिजली के खंबे बारे दस रखा है भी उसकी उचाई जो है वो 14 मीटर है तो उसका परछावां जो है वो 10 मीटर है। ठीक है भी एक बिजली का खंबा है उसकी उचाई 14 मीटर तो उसका परछावां जो है वो 10 मीटर है। तो
ਸੈਕਿੰਡ ਕੇਸ ਦੇ ਵਿੱਚ ਸਾਨੂੰ ਕਹਿ ਰਹੇ ਹਨ ਵੀ ਇੱਕ ਰੁੱਖ ਦੀ ਉਚਾਈ ਸਾਨੂੰ ਪਤਾ ਕਰਨੀ ਹੈ ਤੇ ਉਸ ਦਾ ਰੁੱਖ ਦਾ ਪਰਛਾਵਾਂ ਸਾਨੂੰ ਦੇ ਰੱਖਿਆ ਹੈ 15 ਮੀਟਰ। ਸਮਾਨ ਸਥਿਤੀਆਂ ਵਿੱਚ ਉਸ ਰੁੱਖ ਦੀ ਉਚਾਈ ਪਤਾ ਲਗਾਓ ਜਿਸ ਦਾ ਪਰਛਾਵਾਂ 15 ਮੀਟਰ ਹੋਵੇ। ਦੇਖੋ ਪਹਿਲਾਂ ਨਾ ਇਹ ਸਮਝ ਲੈਂਦੇ ਹਾਂ ਵੀ ਇਹ ਡਾਇਰੈਕਟ ਪ੍ਰਪੋਰਸ਼ਨ ਦਾ ਕੇਸ ਹੈ ਜਾਂ ਇਨਵਰਸ ਪ੍ਰਪੋਰਸ਼ਨ ਦਾ ਕੇਸ ਹੈ। ਜ਼ਰਾ ਧਿਆਨ ਨਾਲ ਵੇਖਣਾ ਵੀ ਅਗਰ 14 ਮੀਟਰ ਜੋ ਹੈ ਉਚਾਈ ਹੈ, ਠੀਕ ਹੈ, ਬਿਜਲੀ ਦੇ ਖੰਭੇ ਦੀ, ਤਾਂ 10 ਮੀਟਰ ਜੋ ਹੈ ਪਰਛਾਵਾਂ ਹੈ। ਹੁਣ ਜਿੰਨੀ ਉਚਾਈ ਵਧੂਗੀ, ਠੀਕ ਹੈ, ਉਨਾ ਹੀ ਪਰਛਾਵਾਂ ਵਧੇਗਾ। ਹੁਣ ਇੱਥੇ ਸਾਨੂੰ ਇਹਨਾਂ ਨੇ ਪਰਛਾਵਾਂ 15 ਮੀਟਰ ਦੇ ਰੱਖਿਆ ਹੈ, ਇਟ ਮੀਨਸ ਕਿ ਉਚਾਈ ਜੋ ਹੈ ਜ਼ਿਆਦਾ ਹੋਣੀ ਹੈ, ਠੀਕ ਹੈ। ਤਾਂ ਜਿੰਨੀ ਮਤਲਬ ਉਚਾਈ ਵਧੇਗੀ ਬਿਜਲੀ ਦੇ ਖੰਭੇ ਦੀ ਜਾਂ ਰੁੱਖ ਦੀ, ਉਨਾ ਹੀ ਪਰਛਾਵਾਂ ਵੱਧਦਾ ਜਾਏਗਾ। ਪਰਛਾਵੇਂ ਦੀ ਜੋ ਲੰਬਾਈ ਹੈ, ਠੀਕ ਹੈ, ਉਹ ਵੱਧਦੀ ਜਾਏਗੀ। ਤਾਂ ਇੱਕ ਚੀਜ਼ ਦੇ ਵਧਣ ਦੇ ਨਾਲ ਦੂਜੀ ਚੀਜ਼ ਵੀ ਜੋ ਹੈ ਉਹ ਵੱਧ ਰਹੀ ਹੈ। ਤਾਂ ਇਹ ਜੋ ਹੈ ਡਾਇਰੈਕਟ ਪ੍ਰਪੋਰਸ਼ਨ ਦਾ ਕੇਸ ਹੈ, ਸਿੱਧੇ ਅਨੁਪਾਤ ਦਾ ਕੇਸ ਹੈ ਵੀ ਇੱਕ ਚੀਜ਼ ਅਗਰ ਇਨਕਰੀਜ਼ ਕਰ ਰਹੀ ਹੈ ਤਾਂ ਦੂਜੀ ਚੀਜ਼ ਵੀ ਜੋ ਹੈ ਉਸੀ ਦੇ ਕੋਰਸਪੋਂਡਿੰਗ ਦੇ ਵਿੱਚ ਇਨਕਰੀਜ਼ ਕਰ ਰਹੀ ਹੈ, ਵੱਧ ਰਹੀ ਹੈ, ਠੀਕ ਹੈ। ਇਸ ਨੂੰ ਅਸੀਂ ਸਿੱਧਾ ਅਨੁਪਾਤ ਜਾਂ ਡਾਇਰੈਕਟ ਪ੍ਰਪੋਰਸ਼ਨ ਕਹਿੰਦੇ ਹਾਂ। ਦੇਖੋ ਇਹ ਇੱਦਾਂ ਦਾ ਟੇਬਲ ਤੁਸੀਂ ਬਣਾ ਲੈਣਾ ਹੈ ਤੇ ਇੱਥੇ ਤੁਸੀਂ ਲਿਖਣਾ ਹੈ ਬਿਜਲੀ ਦੇ ਖੰਭੇ ਦੀ ਉਚਾਈ ਜਾਂ ਰੁੱਖ ਦੀ ਉਚਾਈ, ਠੀਕ ਹੈ। ਤੇ ਇੱਥੇ ਤੁਸੀਂ ਲਿਖਣਾ ਹੈ ਪਰਛਾਵੇਂ ਦੀ ਉਚਾਈ ਜਾਂ ਲੰਬਾਈ, ਠੀਕ ਹੈ। ਜੋ ਇਹ 14 ਮੀਟਰ ਹੈ ਪਹਿਲਾ, ਉਹ ਜੋ ਹੈ ਬਿਜਲੀ ਦੇ ਖੰਭੇ ਦੀ ਉਚਾਈ ਹੈ। ਤੇ x ਜੋ ਮੈਂ ਲਿਖਿਆ ਹੈ ਉਹ ਰੁੱਖ ਦੀ ਉਚਾਈ ਅਸੀਂ ਫਾਈਂਡ ਆਊਟ ਕਰਨੀ ਹੈ, ਯਾਨੀ ਕਿ ਕੱਢਣੀ ਹੈ, ਠੀਕ ਹੈ। ਤੇ ਜੋ 14 ਦੇ ਥੱਲੇ ਮੈਂ 10 ਲਿਖਿਆ ਹੈ ਉਹ ਬਿਜਲੀ ਦੇ ਖੰਭੇ ਦੀ ਪਰਛਾਈ ਹੈ, ਪਰਛਾਵਾਂ ਹੈ, ਠੀਕ ਹੈ, 10 ਮੀਟਰ। ਤੇ ਜੋ ਰੁੱਖ ਹੈ ਉਸ ਦਾ ਪਰਛਾਵਾਂ ਹੈ 15 ਮੀਟਰ। ਹਾਂਜੀ, ਕਿਉਂਕਿ ਇਹ ਡਾਇਰੈਕਟ ਪ੍ਰਪੋਰਸ਼ਨ ਦਾ ਕੇਸ ਹੈ ਤਾਂ ਅਸੀਂ ਜੋ ਫਾਰਮੂਲਾ ਯੂਜ਼ ਕਰਾਂਗੇ ਉਹ ਯੂਜ਼ ਕਰਾਂਗੇ x1 ਅਪੋਨ y1 ਇਜ਼ ਇਕੁਅਲ ਟੂ x2 ਅਪੋਨ y2। ਹਾਂਜੀ, ਜੋ x1 ਹੈ ਉਹ ਹੈ 14, ਜੋ y1 ਹੈ ਉਹ ਹੈ 10 ਯਾਨੀ ਕਿ 10, ਤੇ ਜੋ x2 ਹੈ ਉਹ ਹੈ x, ਤੇ ਜੋ y2 ਹੈ ਉਹ 15 ਹੈ। ਕ੍ਰੋਸ ਮਲਟੀਪਲਾਈ ਕਰਕੇ ਤੁਸੀਂ 15 ਨੂੰ ਇਸ ਪਾਸੇ ਨੂੰ ਲੈ ਕੇ ਜਾਓਗੇ 14 ਦੀ ਤਰਫ। ਹਾਂਜੀ, ਇਕੁਅਲ ਟੂ x। 5 3s are 15 ਤੇ 5 2s are 10 ਤੇ 2 7s are 14, 7 3s are 21। ਤੇ ਇਸ ਦੇ ਨਾਲ ਯੂਨਿਟਸ ਅਸੀਂ ਜ਼ਰੂਰ ਲਿਖ ਕੇ ਆਣੇ ਹੈ। ਇੱਥੇ ਮੀਟਰ ਚਲੋ ਲਿਖਣ ਦੀ ਜਗ੍ਹਾ ਹੈ ਤਾਂ ਨਹੀਂ ਹੈ ਵੈਸੇ। ਹਾਂਜੀ, ਇੰਗਲਿਸ਼ ਵਾਲੇ ਸਮਾਲ m ਯੂਜ਼ ਕਰਨਗੇ ਮੀਟਰ ਵਾਸਤੇ ਤੇ ਪੰਜਾਬੀ ਵਾਲੇ ਇਸ ਨੂੰ ਪੂਰਾ ਜਿਵੇਂ ਲਿਖਦੇ ਹੁੰਦੇ ਨੇ ਮੀਟਰ, ਠੀਕ ਹੈ, ਉਸ ਤਰ੍ਹਾਂ ਜੋ ਹੈ ਲਿਖਣਗੇ। ਤਾਂ ਰੁੱਖ ਦੀ ਜੋ ਉਚਾਈ ਹੈ ਉਹ ਹੈ 21 ਮੀਟਰ ਯਾਨੀ ਕਿ 21 ਮੀਟਰ। x ਕੀ ਸੀ, ਰੁੱਖ ਦੀ ਉਚਾਈ ਅਸੀਂ ਜੋ ਹੈ ਫਾਈਂਡ ਆਊਟ ਕਰਨੀ ਸੀ, ਤਾਂ ਉਹ ਜੋ ਵੈਲਿਊ ਆਈ ਹੈ ਉਹ ਹੈ 21 ਮੀਟਰ ਯਾਨੀ ਕਿ 21 ਮੀਟਰ। ਨੈਕਸਟ ਉਚਿਤ ਤੱਤ ਸਮਕ ਵਰਤੋਂ ਕਰਦੇ ਹੋਏ ਬ੍ਰੈਕਟ ਦੇ ਵਿੱਚ ਸਾਨੂੰ ਜੋ ਹੈ 2y+5 ਦਾ ਮੁੱਲ ਪਤਾ ਕਰੋ। ਸਿੰਪਲ ਜਿਹਾ ਹੈ, ਦੇਖੋ ਜ਼ਰਾ ਧਿਆਨ ਨਾਲ ਨੋਟਿਸ ਕਰਨਾ 2y+5 ਇਹ ਜੋ ਹੈ ਦੋ ਵਾਰੀ ਆ ਰਿਹਾ ਹੈ। ਤਾਂ ਜੋ ਬੇਸ ਹੈ ਉਹ ਤਾਂ ਸੇਮ ਹੈ, ਮੈਂ ਲਿਖ ਕੇ ਦਿਖਾ ਦਿੰਦਾ ਹਾਂ ਤੁਹਾਨੂੰ। ਹਾਂਜੀ, ਇਹ ਦੇਖ ਸਕਦੇ ਹੋ ਤੁਸੀਂ, ਇਹ ਦੋਵੇਂ ਜੋ ਹੈ ਸੇਮ ਨੇ, ਇਟ ਮੀਨਸ ਕਿ ਬੇਸ ਜੋ ਹੈ ਉਹ ਸੇਮ ਹੈ। ਤਾਂ ਜੋ ਪਾਵਰ ਦੇ ਵਿੱਚ ਮਤਲਬ ਜਿਵੇਂ 2y+1 ਦੀ ਪਾਵਰ 1 ਤੇ 2y+5 ਦੀ ਪਾਵਰ 1 ਤੇ ਅਗਲੇ ਵੀ ਜੋ 2y+5 ਹੈ ਉਸ ਦੀ ਪਾਵਰ 1, ਬੇਸ ਸੇਮ ਹੈ ਤੇ ਇਟ ਮੀਨਸ ਪਾਵਰਸ ਜੋ ਹੈ ਉਹ ਐਡ ਹੋ ਜਾਣਗੀਆਂ।
ਤਾਂ ਅਸੀਂ ਲਿਖ ਸਕਦੇ ਹਾਂ 2y + 5 ਦੀ ਪਾਵਰ 2, 1 + 1 ਨੂੰ ਐਡ ਕਰਕੇ ਇਹਦਾ ਸਕੁਅਰ ਬਣ ਗਿਆ। ਹੁਣ ਅਸੀਂ ਜੋ ਹੈ a + b ਦਾ ਹੋਲ ਸਕੁਅਰ ਵਾਲੀ ਜੋ ਆਇਡੈਂਟੀਟੀ ਹੁੰਦੀ ਹੈ ਉਸ ਦਾ ਯੂਜ਼ ਕਰ ਸਕਦੇ ਹਾਂ, a² + b² + 2ab, ਠੀਕ ਹੈ। ਤਾਂ ਇੱਥੇ ਅਸੀਂ a + b ਦਾ ਹੋਲ ਸਕੁਅਰ ਇਹ ਵਾਲੀ ਆਇਡੈਂਟੀਟੀ ਯੂਜ਼ ਕਰਨੀ ਹੈ ਜੋ ਕਿ ਇਕੁਅਲ ਹੁੰਦੀ ਹੈ a² + b² + 2ab ਦੇ। ਹਾਂਜੀ, ਇੱਥੇ a ਕੀ ਹੈ, ਦੇਖੋ ਇਸ ਨੂੰ ਮੈਂ ਥੋੜਾ ਅਲੱਗ ਸੋਲਵ ਕਰਕੇ ਦਿਖਾ ਦਿੰਦਾ ਕਿਉਂਕਿ ਇੱਥੇ ਕਨਫਿਊਜ਼ਨ ਨਾ ਹੋ ਜਾਏ ਫਿਰ। ਚਲੋ ਕਰ ਲੈਂਦੇ ਹਾਂ। ਹਾਂਜੀ, ਇੱਥੇ a ਕੀ ਹੈ, a ਹੈ 2y, a ਹੈ 2y। ਤਾਂ a ਦਾ ਸਕੁਅਰ ਮੀਨਸ ਵੀ ਅਸੀਂ 2y ਦਾ ਸਕੁਅਰ ਕਰਾਂਗੇ। b ਕੀ ਹੈ, 5 ਹੈ, 5 ਦਾ ਸਕੁਅਰ, b ਦਾ ਸਕੁਅਰ, ਠੀਕ ਹੈ। ਹਾਂਜੀ, ਇਸ ਤੋਂ ਬਾਅਦ 2ab, ਇੱਕ ਤਾਂ 2 ਫਾਰਮੂਲੇ ਤੋਂ ਆ ਗਿਆ, a ਦੀ ਜਗ੍ਹਾ ਤੇ ਅਸੀਂ ਲਿਖਾਂਗੇ 2y ਤੇ b ਦੀ ਥਾਂ ਤੇ ਅਸੀਂ ਲਿਖਾਂਗੇ 5। ਹਾਂਜੀ, 2y ਦਾ ਸਕੁਅਰ ਕਰਾਂਗੇ ਤਾਂ 2 ਦਾ ਸਕੁਅਰ ਹੋ ਗਿਆ 4, y ਦਾ ਸਕੁਅਰ ਹੋ ਗਿਆ y²। 5 ਦਾ ਸਕੁਅਰ ਕਰਾਂਗੇ ਉਹ ਹੁੰਦਾ ਹੈ 25। ਇਸ ਤੋਂ ਅੱਗੇ 2 2 4 ਹੋ ਗਿਆ ਤੇ 4 5 20 ਹੋ ਗਿਆ, 20y। ਤਾਂ ਇਹ ਜੋ ਹੈ ਆਨਸਰ ਹੈ, ਨੋਟ ਡਾਊਨ ਕਰ ਸਕਦੇ ਹੋ, 4y² + 25 + 20y, ਠੀਕ ਹੈ। 20y ਨੂੰ ਅੱਗੇ ਲਿਖਣਾ ਹੈ ਤਾਂ ਉਹ ਵੀ ਲਿਖ ਸਕਦੇ ਹੋ, 4y² + 20y + 25, 4y² ਜਮਾ 20y, ਠੀਕ ਹੈ, ਤੇ ਜਮਾ 25, 4y² + 20y + 25, ਇਹ ਜੋ ਹੈ ਆਨਸਰ ਹੈ।